ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧਮਿਆਲ ਤੋਂ ਸੰਤ ਜੀ ਮਹਾਰਾਜ ਰਾਵਲਪਿੰਡੀ ਆਏ ਤੇ ਇੱਕ ਮੰਦਰ ਪਾਸ ਆ ਬੈਠੇ। ਅੰਮ੍ਰਿਤ ਵੇਲੇ 4 ਤੋਂ 6 ਵਜੇ ਤੱਕ ਆਸਾ ਦੀ ਵਾਰ ਦਾ ਕੀਰਤਨ ਕੀਤਾ। ਭੋਗ ਦੇ ਮਗਰੋਂ ਕੁਝ ਚਿਰ ਇੱਥੇ ਹੀ ਕਰਤਾਰ ਦੀ ਯਾਦ ਵਿੱਚ ਟਿਕੇ ਰਹੇ। ਫਿਰ ਮਸਾਨ ਘਾਟ ਜਾ ਬੈਠੇ। ਉੱਥੇ ਸ਼ਹਿਰ ਰਾਵਲਪਿੰਡੀ ਦੀ ਸੰਗਤ ਬਹੁਤ ਆ ਗਈ। ਮਾਈ ਭਾਈ ਅਨੇਕ ਤਰ੍ਹਾਂ ਦੇ ਫਲ ਫੁੱਲ ਅਤੇ ਭੋਜਨ ਲੈ ਕੇ ਹਾਜ਼ਰ ਹੋਏ। ਇਹ ਦੇਖ ਕੇ ਭਾਈ ਪ੍ਰੇਮ ਸਿੰਘ ਜੀ ਨੇ ਆਖਿਆ ਕਿ ਅਸੀਂ ਤਾਂ ਮਨਜ਼ੂਰੀ ਕਰਨੀ ਸੀ ਤੇ ਮਜ਼ਦੂਰੀ ਕਰਕੇ ਰੋਟੀ ਖਾਣ ਆਏ ਸੀ, ਪਰ ਦੇਖੋ ਕਰਤਾਰ ਨੇ ਇਹ ਕੀ ਰੰਗ ਬੰਨ੍ਹ ਦਿੱਤਾ। ਮਸਾਨ ਘਾਟ ਦੇ ਨਾਲ ਹੀ ਇੱਕ ਬਾਗ ਹੈ ਜਿਸ ਦਾ ਨਾਮ ਤਪੋਬਨ ਹੈ। ਇੱਥੇ ਸਭ ਸੰਪਰਦਾਵਾਂ ਦੇ ਸਾਧੂ ਆ ਕੇ ਬਿਰਾਜਦੇ ਹਨ। ਸੰਤ ਜੀ ਮਹਾਰਾਜ ਦੀ ਸੋਭਾ ਸੁਣ ਕੇ ਇਹ ਸਾਰੇ ਸਾਧੂ ਦਰਸ਼ਨ ਕਰਨ ਲਈ ਆਏ। ਸੰਤ ਜੀ ਬੜੇ ਪ੍ਰੇਮ ਅਤੇ ਆਦਰ ਨਾਲ ਮਿਲੇ। ਪ੍ਰਸ਼ਨ ਉੱਤਰ ਵਿੱਚ ਸਭ ਦਾ ਘਰ ਪੂਰਾ ਕੀਤਾ। ਉਹ ਸਾਧੂ ਸੰਤ ਜੀ ਮਹਾਰਾਜ ਦੇ ਤੇਜਮਈ ਸਰੂਪ, ਗਰੀਬੀ ਦੇ ਪੂਰਨ ਵਿਚਾਰ ਤੋਂ ਮੋਹਿਤ ਹੋ ਗਏ। ਮਸਾਨ ਘਾਟ ਤੋਂ ਸੰਤ ਜੀ ਮਹਾਰਾਜ ਜਥੇ ਸਮੇਤ ਰਾਮਕੁੰਡ ਚਲੇ ਗਏ, ਜੋ ਕਿ ਸ਼ਹਿਰ ਰਾਵਲਪਿੰਡੀ ਤੋਂ 6 ਕੁ ਮੀਲ ਦੀ ਵਿੱਥ ਤੇ ਹੈ। ਇੱਥੇ 1-2 ਦਿਨ ਤਾਂ ਪਹਾੜੀ ਦੇ ਹੇਠ ਰਹੇ, ਫਿਰ ਉੱਪਰ ਜਾ ਕੇ ਡੇਰਾ ਕੀਤਾ। ਜਦ ਸੰਤ ਜੀ ਪਹਾੜੀ ਤੇ ਸਨ, ਰਾਤ ਵੇਲੇ 2 ਵਾਰੀ ਸ਼ੇਰ ਆਇਆ। ਸੰਤ ਜੀ ਮਹਾਰਾਜ ਨੇ ਆਪਣੇ ਸਾਥੀਆਂ ਨੂੰ ਜਗਾ ਕੇ ਸ਼ੇਰ ਦਾ ਦੀਦਾਰ ਕਰਾਇਆ ਤੇ ਨਾਲ ਹੀ ਆਖਿਆ ਕਿ ਤੁਸੀਂ ਤਾਂ ਸੁੱਤੇ ਪਏ ਰਹਿੰਦੇ ਹੋ, ਪਰ ਰਾਤ ਸਮੇਂ ਜਾਨਵਰ ਵੀ ਉੱਠ ਕੇ ਕਰਤਾਰ ਦੀ ਯਾਦ ਵਿੱਚ ਲੱਗ ਜਾਂਦੇ ਹਨ। ਇੱਕ ਦਿਨ ਰਾਮਕੁੰਡ ਤੇ ਭਾਈ ਬੂਟਾ ਸਿੰਘ ਦੀ ਜੀ ਰਾਗੀ ਦੀ ਬਿਰਤੀ ਨਾਮ ਸਿਮਰਨ ਵਿੱਚ ਟਿਕ ਗਈ। ਸਰੀਰ ਅਤੇ ਸੰਸਾਰ ਅਭਾਵ ਹੋ ਗਿਆ ਅਤੇ ਆਤਮ ਰਸ ਦੀ ਲਹਿਰ ਚੱਲ ਪਈ। ਸਾਖੀ ਰੂਪ ਜੋ ਸਭ ਦੇ ਹਿਰਦੇ ਦੇ ਜਾਣੀ ਜਾਨ ਸਨ, ਭਾਈ ਬੂਟਾ ਸਿੰਘ ਤੇ ਬੜੇ ਪ੍ਰਸੰਨ ਹੋਏ ਅਤੇ ਫਰਮਾਇਆ ਕਿ ਇਸ ਛਿੰਨ ਨੂੰ ਇੱਕ ਰਸ ਪੱਕਾ ਕਰਨਾ ਹੈ। ਇੱਕ ਦਿਨ ਜਥੇ ਨੇ ਅਰਜ਼ ਕੀਤੀ ਕਿ ਮਹਾਰਾਜ, ਇਸ ਥਾਂ ਸ਼ੇਰ ਆਉਂਦਾ ਹੈ, ਨਾ ਜਾਣੀਏ ਕਿਸੇ ਤੇ ਵਾਰ ਕਰ ਦੇਵੇ। ਸੰਗਤ ਦੀ ਬੇਨਤੀ ਮੰਨ ਕੇ ਸੰਤ ਜੀ ਮਹਾਰਾਜ ਪਹਾੜੀ ਤੋਂ ਹੇਠਾਂ ਉਤਰ ਆਏ। ਇਸ ਜਗ੍ਹਾ ਰਾਵਲਪਿੰਡੀ ਅਤੇ ਨੇੜੇ ਦੇ ਨਗਰਾਂ ਦੀ ਸੰਗਤ ਬਹੁਤ ਆਉਣ ਲੱਗ ਪਈ। ਕਈ ਜਗ ਹੋਏ, ਅਖੰਡ ਪਾਠਾਂ ਦੇ ਭੋਗ ਪਏ ਅਤੇ ਸਾਧ ਸੰਗਤ ਦੇ ਜੋੜ ਮੇਲੇ ਹੋਏ। ਸੰਤ ਜੀ ਮਹਾਰਾਜ ਦੀ ਮਹਿਮਾ ਇਲਾਕੇ ਵਿੱਚ ਬਹੁਤ ਫੈਲ ਗਈ। ਇੱਥੋਂ ਤੱਕ ਕਿ ਮੁਸਲਮਾਨ ਵੀ ਦਰਸ਼ਨ ਲਈ ਆਉਣ ਲੱਗ ਪਏ। ਦਰਸ਼ਨ ਕਰਕੇ ਨਿਹਾਲ ਹੁੰਦੇ ਤੇ ਆਖਦੇ ਇਹ ਸੱਚਾ ਪੀਰ ਹੈ। ਰਾਮਕੁੰਡ ਤੋਂ ਸੰਤ ਜੀ ਮਹਾਰਾਜ ਰਾਵਲਪਿੰਡੀ ਆਏ ਤੇ ਲੇਈ ਦੇ ਕਿਨਾਰੇ ਆ ਡੇਰਾ ਕੀਤਾ। ਸੰਗਤ ਹੁਮਾ ਕੇ ਦਰਸ਼ਨਾਂ ਨੂੰ ਆਈ ਤੇ ਸ਼ਬਦ ਕੀਰਤਨ ਸ਼ੁਰੂ ਹੋ ਗਿਆ। ਹਰ ਰੋਜ਼ ਆਸਾ ਜੀ ਦੀ ਵਾਰ ਅਤੇ ਸੋਦਰ ਦੇ ਦੀਵਾਨ ਲੱਗਦੇ। ਬਾਬੂ ਟੇਕ ਚੰਦ ਜੀ ਤੇ ਮਿਸਤਰੀ ਕਿਸ਼ਨ ਸਿੰਘ ਜੀ ਦਾ ਸੰਤ ਜੀ ਮਹਾਰਾਜ ਨਾਲ ਬਹੁਤ ਪ੍ਰੇਮ ਹੋ ਗਿਆ। ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਹੁਕਮ ਦੇਵੋ ਤਾਂ ਲੇਈ ਦੇ ਕਿਨਾਰੇ ਗੁਫਾਵਾਂ ਬਣਾ ਦਈਏ। ਸੰਤ ਜੀ ਮਹਾਰਾਜ ਨੇ ਕਿਹਾ, ਸਾਧ ਸੰਗਤ ਦੀ ਮਰਜ਼ੀ। ਥੋੜੇ ਚਿਰ ਵਿੱਚ ਗੁਫਾ ਤਿਆਰ ਹੋ ਗਈਆਂ ਅਤੇ ਸੰਤ ਜੀ 6 ਮਹੀਨੇ ਇਸੇ ਜਗ੍ਹਾ ਹੀ ਟਿਕੇ ਰਹੇ। ਸਾਰੇ ਸ਼ਹਿਰ ਦੇ ਮਾਈ ਭਾਈ ਅਤੇ ਸਾਧੂ ਹਰ ਰੋਜ਼ 2 ਵਕਤ ਇਕੱਤਰ ਹੋ ਕੇ ਦਰਸ਼ਨ ਕਰਦੇ, ਕੀਰਤਨ ਨਾਲ ਨਿਹਾਲ ਹੁੰਦੇ। ਇੱਕ ਦਿਹਾੜੇ ਸੰਤ ਜੀ ਮਹਾਰਾਜ ਜਥੇ ਸਮੇਤ ਅੰਮ੍ਰਿਤ ਵੇਲੇ ਗੁਫਾ ਵਿੱਚ ਕੀਰਤਨ ਕਰ ਰਹੇ ਸਨ। 3-4 ਸੱਪ ਨਿਕਲੇ ਅਤੇ ਸੰਤ ਜੀ ਮਹਾਰਾਜ ਦੇ ਪਾਸ ਕੀਰਤਨ ਵਿੱਚ ਮਸਤ ਖੇਡਦੇ ਰਹੇ। ਇਹਨਾਂ ਨੂੰ ਦੇਖ ਕੇ ਭਾਈ ਪ੍ਰੇਮ ਸਿੰਘ ਜੀ ਉੱਠ ਕੇ ਆਉਣ ਲੱਗੇ ਤਾਂ ਸੰਤ ਜੀ ਨੇ ਫਰਮਾਇਆ, ਭਾਣੇ ਵਿੱਚ ਰਹੋ ਅਤੇ ਕੀਰਤਨ ਦੇ ਰੰਗ ਦੇਖੋ। ਭਾਈ ਬੂਟਾ ਸਿੰਘ ਰਾਗੀ ਨੂੰ ਮਹਾਰਾਜ ਨੇ ਹੁਕਮ ਦਿੱਤਾ ਕਿ ਕੀਰਤਨ ਬੰਦ ਨਹੀਂ ਕਰਨਾ। ਜਿਤਨਾ ਚਿਰ ਕੀਰਤਨ ਹੁੰਦਾ ਰਿਹਾ, ਇਹ ਨਾਗ ਮਸਤੀ ਵਿੱਚ ਬੈਠੇ ਆਨੰਦ ਲੈਂਦੇ ਰਹੇ। ਜਦ ਕੀਰਤਨ ਬੰਦ ਹੋ ਗਿਆ ਤਦ ਚਲੇ ਗਏ। ਇਹਨਾਂ ਵਿੱਚੋਂ ਇੱਕ ਬੜਾ ਭਾਰੀ ਨਾਗ 2-3 ਦਿਨ ਦੋਵੇਂ ਵੇਲੇ ਦੀਵਾਨ ਵਿੱਚ ਕੀਰਤਨ ਸੁਣਨ ਲਈ ਆਉਂਦਾ ਰਿਹਾ। ਇੱਕ ਦਿਨ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਸਾਧ ਸੰਗਤ ਬੜੀ ਦੇਰ ਨਾਲ ਆਈ। ਸੰਤ ਜੀ ਨੇ ਦੇਰੀ ਦਾ ਕਾਰਨ ਪੁੱਛਿਆ। ਪ੍ਰੇਮੀਆਂ ਨੇ ਬੇਨਤੀ ਕੀਤੀ ਕਿ ਮਹਾਰਾਜ, ਠਾਕੁਰ ਨਿਹਾਲ ਸਿੰਘ ਜੀ ਆਏ ਹਨ, ਇਸ ਲਈ ਦੇਰੀ ਹੋ ਗਈ ਹੈ। ਸੰਤ ਜੀ ਨੇ ਸੁੱਤੇ ਸਹਿਜ ਹੀ ਬਚਨ ਕੀਤਾ ਕਿ ਸਾਨੂੰ ਦਰਸ਼ਨ ਨਹੀਂ ਹੋਏ। ਰਾਵਲਪਿੰਡੀ ਤੋਂ ਸੰਤ ਜੀ ਮਹਾਰਾਜ ਖਾਨਪੁਰ ਵਾਲੇ ਰਸਤੇ ਹਰੀਪੁਰ ਚਲੇ ਗਏ ਅਤੇ ਬਾਹਰ ਬਾਗ ਵਿੱਚ ਡੇਰਾ ਲਾਇਆ। ਆਸਨ ਅਜੇ ਕੀਤਾ ਹੀ ਸੀ ਕਿ ਝੱਟ ਠਾਕੁਰ ਨਿਹਾਲ ਸਿੰਘ ਜੀ ਆ ਪਹੁੰਚੇ। ਸੰਤ ਜੀ ਅਤੇ ਠਾਕੁਰ ਜੀ ਬੜੇ ਪ੍ਰੇਮ ਨਾਲ ਮਿਲੇ, ਆਪਸ ਵਿੱਚ ਪ੍ਰਣਾਮ ਕੀਤਾ।
ਸੰਤ ਜੀ ਮਹਾਰਾਜ 1 ਮਹੀਨਾ ਹਰੀਪੁਰ ਹੀ ਠਹਿਰੇ। 2 ਵਕਤ ਕੀਰਤਨ ਹੁੰਦਾ ਅਤੇ ਠਾਕੁਰ ਜੀ ਹਰ ਰੋਜ਼ ਕੀਰਤਨ ਵਿੱਚ ਆਉਂਦੇ। ਇੱਕ ਦਿਨ ਸੰਤ ਜੀ ਮਹਾਰਾਜ ਕਹਿਣ ਲੱਗੇ ਕਿ ਆਪਣੀ ਚੀਜ਼ ਵਸਤ ਸੰਭਾਲ ਰੱਖਣੀ, ਰਾਤ ਨੂੰ ਬੜਾ ਤੂਫਾਨ ਆਉਣਾ ਹੈ। ਸੰਤ ਜੀ ਹਰੀਪੁਰ ਤੋਂ ਟੁਰ ਪਏ। ਅਜੇ 4 ਕੁ ਮੀਲ ਆਏ ਸਨ ਕਿ ਬੜੀ ਸਖਤ ਹਨੇਰੀ ਆਈ। ਰਾਗੀ ਨਾਰਾਇਣ ਸਿੰਘ ਸਰੰਦੇ ਵਾਲਾ ਰੋਣ ਲੱਗ ਪਿਆ ਕਿ ਮਹਾਰਾਜ ਡਰ ਆਉਂਦਾ ਹੈ। ਸੰਤ ਜੀ ਮਹਾਰਾਜ ਨੇ ਹੁਕਮ ਦਿੱਤਾ ਕਿ ਸਭ ਇੱਕ ਦੂਜੇ ਦੀ ਬਾਂਹ ਫੜ ਕੇ ਘੇਰਾ ਬੰਨ੍ਹ ਕੇ ਬੈਠ ਜਾਓ। ਬਚਨ ਹੁੰਦਿਆਂ ਹੀ ਸਭ ਨੇ ਇੱਕ ਦੂਜੇ ਦੀ ਬਾਂਹ ਫੜ ਲਈ ਅਤੇ ਘੇਰਾ ਬਣਾ ਕੇ ਬੈਠ ਗਏ। ਸਾਧ ਸੰਗਤ ਦੇ ਇਸ ਜਿਉਂਦੇ ਜਾਗਦੇ ਕਿਲੇ ਦੇ ਵਿਚਕਾਰ ਰਾਗੀ ਨਾਰਾਇਣ ਸਿੰਘ ਜੀ ਨੂੰ ਲਿਆ ਗਿਆ। ਜਦ ਹਨੇਰੀ ਦਾ ਜ਼ੋਰ ਕੁਝ ਘਟ ਗਿਆ ਤਦ ਇਸੇ ਤਰ੍ਹਾਂ ਹੀ ਤੁਰ ਪਏ ਅਤੇ 2 ਕੁ ਮੀਲ ਤੇ ਇੱਕ 4 ਦੀਵਾਰੀ ਵਿੱਚ ਬਿਰਾਜ ਗਏ। ਅੰਮ੍ਰਿਤ ਵੇਲੇ ਪਤਾ ਲੱਗਾ ਕਿ ਨਾਲ ਹੀ ਪਿੰਡ ਮਕਸੂਦ ਦਾ ਗੁਰਦੁਆਰਾ ਸਾਹਿਬ ਹੈ। ਇਸ਼ਨਾਨ ਪਾਣੀ ਨਿਤਨੇਮ ਦੇ ਮਗਰੋਂ ਇਸ ਗੁਰਦੁਆਰੇ ਵਿੱਚ ਆਸਾ ਜੀ ਦੀ ਵਾਰ ਦਾ ਦੀਵਾਨ ਲੱਗਾ। ਪਿੰਡ ਦੀ ਸਾਰੀ ਸੰਗਤ ਇਕੱਤਰ ਹੋ ਗਈ। ਇੱਧਰ ਤਾਂ ਸੰਤ ਜੀ ਮਹਾਰਾਜ ਮਕਸੂਦ ਅੱਪੜ ਗਏ, ਉਧਰ ਹਰੀਪੁਰ ਵਿੱਚ ਹਨੇਰੀ ਦੇ ਕਾਰਨ ਠਾਕਰ ਨਿਹਾਲ ਸਿੰਘ ਜੀ ਦੀ ਲੱਤ ਟੁੱਟ ਗਈ ਅਤੇ ਹੋਰ ਤਕੜੀ ਸੱਟ ਲੱਗੀ। ਠਾਕੁਰ ਜੀ ਨੇ ਉਸੇ ਵੇਲੇ ਕਹਿ ਦਿੱਤਾ ਕਿ ਸਾਨੂੰ ਪ੍ਰਲੋਕ ਦੇ ਸੁਨੇਹੇ ਆ ਗਏ ਹਨ, ਸੰਤ ਜੀ ਮਹਾਰਾਜ ਨੂੰ ਲੱਭ ਕੇ ਲਿਆਓ। ਸੰਗਤ ਵਿੱਚੋਂ ਕੁਝ ਸਰੀਰ ਉਸੇ ਵਕਤ ਸੰਤ ਜੀ ਮਹਾਰਾਜ ਦੀ ਢੂੰਡ ਭਾਲ ਵਾਸਤੇ ਤੁਰ ਪਏ ਅਤੇ ਅੰਮ੍ਰਿਤ ਵੇਲੇ ਮਕਸੂਦ ਦੀਵਾਨ ਵਿੱਚ ਅੱਪੜ ਗਏ। ਦੀਵਾਨ ਦੇ ਭੋਗ ਮਗਰੋਂ ਪ੍ਰੇਮੀਆਂ ਨੇ ਠਾਕੁਰ ਜੀ ਦੀ ਸਾਰੀ ਵਿਥਿਆ ਆਖ ਸੁਣਾਈ। ਸੰਤ ਜੀ ਮਹਾਰਾਜ ਉਸੇ ਵਕਤ ਵਾਪਸ ਹਰੀਪੁਰ ਵੱਲ ਟੁਰ ਪਏ। ਠਾਕੁਰ ਨਿਹਾਲ ਸਿੰਘ ਜੀ ਦਾ ਦਰਸ਼ਨ ਮੇਲਾ ਕੀਤਾ ਅਤੇ 1 ਹਫ਼ਤਾ ਹੋਰ ਹਰੀਪੁਰ ਰਹੇ। ਬੜਾ ਸਤਸੰਗ ਹੋਇਆ। ਇਸ ਸਮੇਂ ਇੱਕ ਦਿਨ ਸੰਤ ਜੀ ਮਹਾਰਾਜ ਜਥੇ ਸਮੇਤ ਇੱਕ ਬਾਗ ਵਿੱਚ ਜਾ ਬੈਠੇ। ਉੱਥੇ 40-50 ਮੁਸਲਮਾਨ ਫਕੀਰ ਬੈਠੇ ਹੋਏ ਹੁੱਕਾ ਪੀ ਰਹੇ ਸਨ। ਸੰਤ ਜੀ ਦਾ ਦਰਸ਼ਨ ਕਰਦੇ ਹੀ ਫਕੀਰਾਂ ਨੇ ਹੁੱਕੇ ਚੁੱਕ ਦਿੱਤੇ ਅਤੇ ਸਾਰੇ ਦੇ ਸਾਰੇ ਬੜੇ ਪ੍ਰੇਮ ਨਾਲ ਬੋਲ ਉੱਠੇ ਕਿ ਅੱਲਾ ਦਾ ਨੂਰ ਹੈ, ਦਰਸ਼ਨ ਕਰੋ। ਇਹ ਰੱਬ ਦਾ ਫਕੀਰ ਸਭ ਦਾ ਸਾਂਝਾ ਹੈ, ਇਸ ਦਾ ਦੀਦਾਰ ਅੱਲਾ ਪਾਕ ਦਾ ਦੀਦਾਰ ਹੈ। ਇਹ ਕਹਿ ਕੇ ਸਾਰੇ ਫਕੀਰ ਸੰਤ ਜੀ ਮਹਾਰਾਜ ਦੇ ਆਲੇ ਦੁਆਲੇ ਬਹਿ ਗਏ। ਉਹਨਾਂ ਦਾ ਪ੍ਰੇਮ ਦੇਖ ਕੇ ਸੰਤ ਜੀ ਮਹਾਰਾਜ ਨੇ ਜਥੇ ਨੂੰ ਸਾਜ਼ ਖੋਲ੍ਹਣ ਦਾ ਹੁਕਮ ਦਿੱਤਾ। ਪਲ ਦੇ ਪਲ ਵਿੱਚ ਦੀਵਾਨ ਲੱਗ ਗਿਆ ਅਤੇ ਸੰਤ ਜੀ ਮਹਾਰਾਜ ਨੇ ਇੱਕ ਖਾਸ ਇਲਾਹੀ ਰੰਗ ਵਿੱਚ ਸ਼ਬਦ ਪੜ੍ਹਿਆ। ਬਸ ਹੁਣ ਕੀ ਸੀ, ਸਾਰੇ ਫਕੀਰ ਵਜਦ ਵਿੱਚ ਆ ਗਏ। ਸੰਤ ਜੀ ਮਹਾਰਾਜ ਨੂੰ ਸਿਜਦੇ ਕਰਨ ਲੱਗ ਪਏ ਅਤੇ ਵਾਹ ਤੇਰੀ ਕੁਦਰਤ, ਸੁਭਾਨ ਅੱਲਾ ਦੇ ਨਾਅਰੇ ਬੁਲੰਦ ਕੀਤੇ। ਸਭ ਦੇ ਹਿਰਦੇ ਵਿੱਚ ਵੈਰਾਗ ਅਤੇ ਪ੍ਰੇਮ ਠਾਠਾ ਮਾਰਨ ਲੱਗ ਗਿਆ ਅਤੇ ਇਸ ਰੰਗ ਵਿੱਚ 2 ਕੜੀ ਰੱਬੀ ਨੂਰ ਅਤੇ ਜ਼ਹੂਰ ਵਿੱਚ ਸਭ ਨੇ ਏਕਤਾ ਦਾ ਅਰਸ਼ੀ ਰਸ ਲਿਆ। ਜਦ ਦੀਵਾਨ ਦਾ ਭੋਗ ਪਿਆ ਤਦ ਫਕੀਰਾਂ ਦੀ ਜਮਾਤ ਨੇ ਅਰਜ਼ ਕੀਤੀ ਕਿ ਹਜ਼ੂਰ, ਰਸਦ ਹਾਜ਼ਰ ਹੈ, ਪ੍ਰਸ਼ਾਦ ਤਿਆਰ ਕਰਵਾ ਦਿੰਦੇ ਹਾਂ, ਮਿਹਰ ਕਰਕੇ ਸਾਡੀ ਇਹ ਖਿਦਮਤ ਕਬੂਲ ਕਰੋ। ਸੰਤ ਜੀ ਮਹਾਰਾਜ ਨੇ ਫਰਮਾਇਆ, ਸਾਡਾ ਪ੍ਰਸ਼ਾਦ ਸ਼ਹਿਰ ਵਿੱਚ ਇੱਕ ਪ੍ਰੇਮੀ ਦੇ ਘਰ ਤਿਆਰ ਹੈ, ਪ੍ਰਸ਼ਾਦਾ ਉੱਥੇ ਹੀ ਛਕਾਂਗੇ। ਅਸੀਂ ਤਾਂ ਦੀਦਾਰ ਕਰਨ ਵਾਸਤੇ ਬਾਗ ਵਿੱਚ ਆਏ ਸੀ। ਇਹ ਸੁਣ ਕੇ ਫਕੀਰਾਂ ਨੇ ਸੰਤ ਜੀ ਦੀ ਰਜ਼ਾ ਮੰਨ ਲਈ ਅਤੇ ਬੜੇ ਅਦਬ ਨਾਲ ਸੰਤ ਜੀ ਨੂੰ ਵਿਦਾ ਕੀਤਾ। ਇੱਕ ਦਿਨ ਗ੍ਰੰਥੀ ਬਚਨ ਸਿੰਘ ਸੰਤ ਜੀ ਮਹਾਰਾਜ ਦੇ ਪਿੱਛੇ ਪਿੱਛੇ ਬਾਜ਼ਾਰ ਵਿੱਚੋਂ ਦੀਵਾਨ ਵੱਲ ਜਾ ਰਿਹਾ ਸੀ। ਚੋਹਾਂ ਖਾਲਸਾ ਦੇ ਰਹਿਣ ਵਾਲੇ ਭਾਈ ਹਰੀ ਸਿੰਘ ਜੀ, ਜਿਨ੍ਹਾਂ ਦੀ ਸ਼ਰਾਬ ਦੀ ਹੱਟੀ ਸੀ, ਇਹਨਾਂ ਨੂੰ ਬਾਹੋਂ ਫੜ ਕੇ ਰੋਕ ਲਿਆ ਅਤੇ ਪਿੰਡ ਦੀ ਸੁੱਖ ਸਾਂਦ ਪੁੱਛੀ। ਉਸ ਨੂੰ ਆਪਣੀ ਹੱਟੀ ਵਿੱਚ ਲੈ ਗਿਆ ਅਤੇ 4-5 ਮਿੰਟ ਬਿਠਾ ਕੇ ਆਪਣੇ ਰਿਸ਼ਤੇਦਾਰਾਂ ਦੀ ਬਾਬਤ ਗੱਲਬਾਤ ਕੀਤੀ। ਸੰਤ ਜੀ ਮਹਾਰਾਜ ਅੱਗੇ ਚਲੇ ਗਏ ਸਨ। ਡਾਕਟਰ ਬਚਨ ਸਿੰਘ ਇੱਥੋਂ ਉੱਠ ਕੇ ਦੀਵਾਨ ਵਿੱਚ ਪੁੱਜਾ। ਜਦ ਦੀਵਾਨ ਦਾ ਭੋਗ ਪੈ ਗਿਆ ਤੇ ਇੱਕ ਪ੍ਰੇਮੀ ਨੇ ਉੱਠ ਕੇ ਭਰੇ ਦੀਵਾਨ ਵਿੱਚ ਸ਼ਿਕਾਇਤ ਕੀਤੀ ਕਿ ਮਹਾਰਾਜ ਆਪ ਦਾ ਇੱਕ ਸੇਵਕ ਆਬਕਾਰੀ ਵਿੱਚ ਵੜਿਆ ਹੋਇਆ ਸੀ, ਉਸ ਨੂੰ ਤਨਖਾਹ ਲੱਗਣੀ ਚਾਹੀਦੀ ਹੈ। ਇਹ ਸੁਣ ਕੇ ਸੰਤ ਜੀ ਮਹਾਰਾਜ ਨੇ ਪੁੱਛ ਕੀਤੀ। ਉਸ ਵੇਲੇ ਭਾਈ ਹਰੀ ਸਿੰਘ, ਜੋ ਭਾਈ ਬਚਨ ਸਿੰਘ ਦੇ ਥੋੜੇ ਚਿਰ ਪਿੱਛੋਂ ਹੀ ਦੀਵਾਨ ਵਿੱਚ ਪਹੁੰਚ ਗਿਆ ਸੀ, ਖੜਾ ਹੋ ਗਿਆ ਅਤੇ ਅਰਜ਼ ਕੀਤੀ ਕਿ ਮਹਾਰਾਜ, ਮੇਰੀ ਹੱਟੀ ਸ਼ਰਾਬ ਦੀ ਹੈ। ਮੈਂ ਬਾਹੋਂ ਖਿੱਚ ਕੇ ਪਿੰਡ ਅਤੇ ਕੁਟੁੰਬੀਆਂ ਦੀ ਸੁੱਖ ਸਾਂਦ ਪੁੱਛਣ ਲਈ ਭਾਈ ਬਚਨ ਸਿੰਘ ਜੀ ਨੂੰ 5 ਕੁ ਮਿੰਟ ਲਈ ਅੰਦਰ ਜ਼ਰੂਰ ਬਿਠਾਇਆ ਸੀ, ਪਰ ਇਹਨਾਂ ਨੇ ਸ਼ਰਾਬ ਕੋਈ ਨਹੀਂ ਪੀਤੀ। ਇਹ ਸੁਣ ਸੰਤ ਜੀ ਮਹਾਰਾਜ ਹੱਸ ਪਏ ਅਤੇ ਆਖਿਆ
ਕਿ ਭਾਈ ਬਚਨ ਸਿੰਘ ਨੇ ਕੁਸੰਗਤ ਭਾਵੇਂ ਬੜੀ ਥੋੜ੍ਹੀ ਅਤੇ ਅਣਭੋਲ ਕੀਤੀ ਹੈ, ਪਰ ਉਸ ਦਾ ਫਲ ਕਿੰਨੀ ਬਦਨਾਮੀ ਦਾ ਹੋਇਆ ਹੈ। ਸੋ ਸਾਧ ਸੰਗਤ ਜੀ, ਕਸੰਗ ਤੋਂ ਬਚੋ। ਜਦ ਹਰੀਪੁਰ ਪਿੰਡ ਮਕਸੂਦ ਤੋਂ ਆਇਆ 7 ਦਿਨ ਹੋ ਗਏ, ਤਦ ਸੰਤ ਜੀ ਮਹਾਰਾਜ ਜੀ ਨੇ ਜਥੇ ਨੂੰ ਹੁਕਮ ਦਿੱਤਾ ਕਿ ਠਾਕੁਰ ਨਿਹਾਲ ਸਿੰਘ ਜੀ ਅਤੇ ਸਾਧ ਸੰਗਤ ਦਾ ਪ੍ਰੇਮ ਲੈ ਲਿਆ ਹੈ। ਹੁਣ ਠਾਕੁਰ ਜੀ ਦੇ ਚਲਾਣੇ ਦਾ ਸਮਾਂ ਆ ਗਿਆ ਹੈ। ਸਾਡਾ ਹੁਣ ਕੂਚ ਕਰਨਾ ਯੋਗ ਹੈ। ਕਿਧਰੇ ਠਾਕੁਰ ਜੀ ਬੰਧਨ ਵਿੱਚ ਹੀ ਨਾ ਪਾ ਦੇਣ। ਨਾਲ ਹੀ ਠਾਕੁਰ ਜੀ ਦੀ ਮਰਿਆਦਾ ਸਨਾਤਨੀ ਹੈ ਤੇ ਸਾਡੀ ਖਾਲਸਾ। ਇਹ ਕਹਿ ਕੇ ਚੁਪੀਤੇ ਹੀ ਸੰਤ ਜੀ ਜਥੇ ਸਮੇਤ ਤੁਰ ਪਏ ਅਤੇ ਪੰਜਾ ਸਾਹਿਬ ਦੇ ਰਸਤੇ ਸਿੱਧੇ ਘਨੋਏ ਆ ਪਹੁੰਚੇ। ਦੂਸਰੇ ਦਿਨ ਹਰੀਪੁਰ ਵਿੱਚ ਠਾਕੁਰ ਨਿਹਾਲ ਸਿੰਘ ਜੀ ਦਾ ਸਰੀਰ ਸ਼ਾਂਤ ਹੋ ਗਿਆ। ਭਾਈ ਵਜੀਰ ਸਿੰਘ ਜੀ ਦੇ ਚਲਾਣੇ ਮਗਰੋਂ 7 ਅਖੰਡ ਪਾਠਾਂ ਦਾ ਭੋਗ ਪਾ ਕੇ ਆਪਣੇ ਪ੍ਰੇਮੀ ਦਾ ਜਗ ਸੰਪੂਰਨ ਕਰਕੇ ਅਰ ਮਾਈ ਭਾਗਭਰੀ ਤੇ ਭੁਜੰਗੀ ਹੀਰਾ ਸਿੰਘ ਨੂੰ ਦਿਲਾਸਾ ਦੇ ਕੇ ਸੰਤ ਜੀ ਮਹਾਰਾਜ ਕੱਲਰ ਲੂਣੀ ਵਿੱਚ ਤਪ ਕਰਨ ਚਲੇ ਗਏ। ਭਾਈ ਨੰਦ ਸਿੰਘ ਜੀ ਨੂੰ ਹੁਕਮ ਦੇ ਗਏ ਕਿ ਸਾਨੂੰ ਕਦੇ ਵੀ ਸੱਦਣ ਲਈ ਨਹੀਂ ਆਉਣਾ, ਅਸੀਂ ਆਪ ਹੀ ਕਰਤਾਰ ਦੇ ਹੁਕਮ ਵਿੱਚ ਘਨੋਏ ਜਾ ਆਇਆ ਕਰਾਂਗੇ। ਇੱਧਰ ਤਾਂ ਸੰਤ ਜੀ ਮਹਾਰਾਜ ਨੇ ਕੱਲਰ, ਡੇਰਾ ਖਾਲਸਾ, ਸਾਗਰੀ, ਮਲਕਪੁਰ, ਹਰੀਪੁਰ ਅਤੇ ਹੋਰ ਕਈ ਥਾਵਾਂ ਤੇ ਜੀਵਾਂ ਨੂੰ ਨਾਮ ਅਤੇ ਕੀਰਤਨ ਦੇ ਰਸ ਵਿੱਚ ਲਿਆਂਦਾ। ਉਧਰ ਵਿਚਾਰੀ ਭਾਗਭਰੀ ਇੱਕ ਤਾਂ ਪਤੀ ਦੇ ਵਿਛੋੜੇ ਦੇ ਸਲ ਅਤੇ ਦੂਜੇ ਸੰਤ ਜੀ ਮਹਾਰਾਜ ਦੇ ਦਰਸ਼ਨਾਂ ਦੀ ਸਿੱਕ ਵਿੱਚ ਬਿਰਹੋਂ ਦੀ ਕੁੱਠੀ ਦਿਨ ਰਾਤ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਅਰਦਾਸ ਕਰੇ ਕਿ ਹੇ ਸੱਚੇ ਪਾਤਸ਼ਾਹ, ਕਦੋਂ ਉਹ ਦਿਨ ਆਵੇਗਾ ਜਦ ਆਪ ਦੇ ਪੂਰਨ ਗੁਰਸਿੱਖ ਨਾਮ ਬਾਣੀ ਤੇ ਪ੍ਰੇਮ ਦੇ ਪੁੰਜ ਸੰਤ ਜੀ ਮਹਾਰਾਜ ਦੇ ਦਰਸ਼ਨ ਹੋਣਗੇ। ਭੁਜੰਗੀ ਹੀਰਾ ਸਿੰਘ ਵੀ ਆਪਣੀ ਮਾਤਾ ਨੂੰ ਤੋਤਲੀ ਬੋਲੀ ਵਿੱਚ ਰੋਜ਼ ਕਈ ਵਾਰ ਪੁੱਛੇ, ਅੰਮੀ ਜੀ ਮਹਾਰਾਜ ਕਿੱਥੇ ਗਏ ਹਨ, ਕਦ ਆਸਨ? ਇਹਨਾਂ ਪ੍ਰੇਮੀ ਜੀਵੜਿਆਂ ਦੀ ਪੁਕਾਰ ਅਤੇ ਦਿਲ ਦੀ ਸੱਚੀ ਖਿੱਚ ਨੇ ਰੰਗ ਲਿਆਂਦਾ ਅਤੇ ਸੰਤ ਜੀ ਮਹਾਰਾਜ ਹਰੀਪੁਰ ਤੋਂ ਘਨੋਏ ਆ ਪਹੁੰਚੇ। ਸਿੱਧਾ ਭਾਈ ਵਜੀਰ ਸਿੰਘ ਜੀ ਦੇ ਘਰ ਆਏ। ਮਾਈ ਭਾਗਭਰੀ ਨੇ ਦੂਰੋਂ ਹੀ ਸੰਤ ਜੀ ਮਹਾਰਾਜ ਨੂੰ ਆਉਂਦਿਆਂ ਵੇਖ ਲਿਆ। ਦੌੜੀ ਘਰੋਂ ਬਾਹਰ ਆਈ ਅਤੇ ਚਰਨਾਂ ਤੇ ਢਹਿ ਪਈ। ਵੈਰਾਗ ਅਤੇ ਪ੍ਰੇਮ ਦੀ ਰੰਗਨ ਵਿੱਚ ਸਰੀਰ ਦੀ ਸੁੱਧ ਬੁੱਧ ਭੁੱਲ ਗਈ। ਕਿੰਨਾ ਹੀ ਚਿਰ ਸੀਸ ਚਰਨਾਂ ਤੇ ਧਰ ਚਰਨ ਪ੍ਰੇਮ ਜਲ ਨਾਲ ਧੋ ਦਿੱਤੇ। ਸੰਤ ਜੀ ਮਹਾਰਾਜ ਵੀ ਇਸ ਰਸ ਵਿੱਚ ਕੁਝ ਚਿਰ ਖੜੇ ਰਹੇ। ਫਿਰ ਮਾਈ ਦਾ ਸੀਸ ਚੁੱਕਿਆ ਅਤੇ ਦਿਲਾਸਾ ਦਿੱਤਾ ਕਿ ਅਸੀਂ ਤਾਂ ਹਰ ਵਕਤ ਤੁਹਾਡੇ ਅੰਗ ਸੰਗ ਰਹੇ ਹਾਂ। ਸਾਡਾ ਅਸਲੀ ਰੂਪ ਸਤਨਾਮ ਵਾਹਿਗੁਰੂ ਹੈ ਜੋ ਹਰ ਵਕਤ ਤੁਹਾਡੇ ਹਿਰਦੇ ਵਿੱਚ ਵਸਦਾ ਹੈ। ਮਾਈ ਹੁਕਮ ਮੰਨ ਕੇ ਉੱਠੀ, ਛੇਤੀ ਘਰ ਦੇ ਵਿਹੜੇ ਵਿੱਚ ਆਈ ਅਤੇ ਮਹਾਰਾਜ ਜੀ ਨੂੰ ਪਲੰਗ ਢਾਹ ਦਿੱਤਾ। ਇੰਨੇ ਚਿਰ ਚ ਭੁਜੰਗੀ ਹੀਰਾ ਸਿੰਘ ਵੀ ਖੇਡਦਾ ਬਾਹਰੋਂ ਆ ਗਿਆ ਤੇ ਆਉਂਦਿਆਂ ਹੀ ਮਹਾਰਾਜ ਨਾਲ ਗੱਲ ਵਕੜੀ ਪਾ ਲਈ ਤੇ ਆਖਿਆ, ਮਹਾਰਾਜ ਇੰਨਾ ਚਿਰ ਕਿੱਥੇ ਲਾਇਆ? ਮੈਂ ਤਾਂ ਹਰ ਰੋਜ਼ ਤੁਹਾਨੂੰ ਯਾਦ ਕਰਦਾ ਸਾਂ। ਸੰਤ ਜੀ ਮਹਾਰਾਜ ਨੇ ਭੁਜੰਗੀ ਦੇ ਸਿਰ ਤੇ ਹੱਥ ਫੇਰਿਆ ਅਤੇ ਆਪਣੇ ਪਾਸ ਬਿਠਾ ਲਿਆ। ਇੰਨੇ ਚਿਰ ਵਿੱਚ ਭਾਈ ਨੰਦ ਸਿੰਘ ਜੀ ਹਲਦਾ ਜੋਤਰਾ ਲਾ ਕੇ ਬਾਹਰੋਂ ਆ ਗਏ। ਬੜੇ ਪ੍ਰੇਮ ਅਤੇ ਅਦਬ ਨਾਲ ਸੰਤ ਜੀ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਆਖਿਆ ਕਿ ਮਹਾਰਾਜ ਤੁਸਾਂ ਤਾਂ ਸਾਨੂੰ ਭੁਲਾ ਹੀ ਦਿੱਤਾ ਸੀ। ਸਾਡੀਆਂ ਤਾਂ ਰਾਹ ਵੇਖਦਿਆਂ ਅੱਖੀਆਂ ਥੱਕ ਗਈਆਂ, ਪਰ ਸ਼ੁਕਰ ਹੈ ਦਰਸ਼ਨ ਦਿੱਤੇ। ਹੁਣ ਅਸਾਂ ਨਹੀਂ ਜਾਣ ਦੇਣਾ। ਸੰਤ ਜੀ ਮਹਾਰਾਜ ਨੇ ਹੱਸ ਕੇ ਜਵਾਬ ਦਿੱਤਾ ਕਿ ਜੋ ਸਤਿਗੁਰੂ ਨੂੰ ਭਾਵੇ। ਹੁਣ ਪ੍ਰਸ਼ਾਦ ਤਿਆਰ ਹੋ ਗਿਆ। ਸੰਤ ਜੀ ਮਹਾਰਾਜ ਨੇ ਪੰਗਤ ਲਗਾਉਣ ਦਾ ਹੁਕਮ ਦਿੱਤਾ। ਪ੍ਰਸ਼ਾਦ ਛਕਣ ਮਗਰੋਂ ਸੰਤ ਜੀ ਮਹਾਰਾਜ ਅਤੇ ਨਾਲ ਦੀ ਸੰਗਤ ਭੁਲਾਈਆਂ ਵਿੱਚ ਚਲੇ ਗਏ। ਸੰਤ ਜੀ ਮਹਾਰਾਜ ਨੇ ਬੌਲੀ ਵਾਲੀ ਕੁਟੀਆ ਵਿੱਚ ਆਸਣ ਲਾਇਆ ਅਤੇ ਬਾਕੀ ਸਾਧ ਸੰਗਤ ਦੂਸਰੀ ਕੁਟੀਆ ਅਤੇ ਭੁਲਾਈਆਂ ਹੇਠ ਬਿਰਾਜ ਗਈ। ਇਸ ਤਰ੍ਹਾਂ ਪ੍ਰੇਮ ਅਤੇ ਸੇਵਾ ਦੀ ਲਹਿਰ ਵਿੱਚ ਕੁਝ ਦਿਨ ਬੀਤੇ। 2 ਵਕਤ ਦੀਵਾਨ ਲੱਗਦਾ ਅਤੇ ਸਾਰੇ ਪਿੰਡ ਦੀ ਸੰਗਤ ਦਰਸ਼ਨ ਅਤੇ ਕੀਰਤਨ ਦਾ ਆਨੰਦ ਲੈ ਕੇ ਨਿਹਾਲ ਹੁੰਦੀ। ਭੁਜੰਗੀ ਹੀਰਾ ਸਿੰਘ ਬੜੇ ਪ੍ਰੇਮ ਨਾਲ ਸ਼ਬਦ ਪੜ੍ਹਦਾ ਅਤੇ ਹਰ ਵਕਤ ਮਹਾਰਾਜ ਦੇ ਨਾਲ ਹੀ ਰਹਿੰਦਾ। ਪਰ ਕਰਤਾਰ ਦਾ ਹੁਕਮ ਸੀ ਕਿ ਸੰਤ ਜੀ ਮਹਾਰਾਜ ਹੋਰ ਸੰਗਤਾਂ ਨੂੰ ਨਿਹਾਲ ਕਰਨ। ਫਿਰ ਦੁੱਖ ਭੰਜਨੀ ਤੋਂ ਠਾਕੁਰ ਨਿਹਾਲ ਸਿੰਘ ਜੀ ਦੇ ਜਗ ਦੇ ਸਮਾਗਮ ਤੇ ਦਰਸ਼ਨ ਦੇਣ ਲਈ ਥੋਹੇ ਖਾਲਸੇ ਦੇ ਪ੍ਰੇਮੀ ਘਨੋਏ ਲੈਣ ਵਾਸਤੇ ਆ ਗਏ ਅਤੇ ਸੰਤ ਜੀ ਮਹਾਰਾਜ ਨੂੰ ਆਪਣੇ ਨਾਲ ਲੈ ਕੇ ਚੱਲ ਪਏ। ਜਦ ਘਨੋਏ ਤੋਂ ਸੰਤ ਜੀ ਮਹਾਰਾਜ ਥਮਾਲੀ ਦੇ ਰਸਤੇ ਪਹਾੜਾਂ ਵਿੱਚੋਂ ਹੁੰਦੇ ਹੋਏ ਦੁੱਖ ਭੰਜਨੀ ਵੱਲ ਜਾ ਰਹੇ ਸਨ, ਰਸਤੇ ਵਿੱਚ ਚੱਲਦੇ ਬੈਠ ਗਏ ਤੇ ਕਹਿਣ ਲੱਗੇ, ਭਾਈ ਪ੍ਰੇਮੀਓ, ਅਸੀਂ ਨਾ ਕਿਧਰੋਂ ਆਏ ਹਾਂ
ਤੇ ਨਾ ਹੀ ਕਿਧਰੇ ਜਾਣਾ ਹੈ। ਇਸ ਰੰਗ ਵਿੱਚ ਸੰਤ ਜੀ ਦੁੱਖ ਭੰਜਨੀ ਪਹੁੰਚੇ। ਅੱਗੇ ਵੀ ਇੱਕ ਵਾਰੀ ਸੰਤ ਜੀ ਮਹਾਰਾਜ ਦੁੱਖ ਭੰਜਨੀ ਥੋਹਾ ਖਾਲਸਾ ਆਪਣੀ ਮੌਜ ਵਿੱਚ ਆ ਗਏ ਸਨ। ਉਸ ਵਕਤ ਲੂਣੀ ਕੱਲਰ ਤਪ ਕਰਦੇ ਸਨ। ਪਹਿਲਾਂ ਜਦੋਂ ਸੰਤ ਜੀ ਦੁੱਖ ਭੰਜਨੀ ਗਏ ਸਨ ਤਾਂ ਇਹਨਾਂ ਦਾ ਤੇਜਸਵੀ ਤਪੀ ਸਰੂਪ ਖਿੜਿਆ ਮਸਤਕ ਅਤੇ ਮਸਤ ਰੰਗੀਲੇ ਦੇ ਨੇਤਰ ਦੇਖ ਕੇ ਠਾਕੁਰ ਨਿਹਾਲ ਸਿੰਘ ਜੀ ਨੇ ਆਖਿਆ ਸੀ, ਇਹ ਬੜੇ ਪ੍ਰਤਾਪੀ ਮਹਾਂਪੁਰਖ ਹੋਣਗੇ। ਥੋਹਾ ਖਾਲਸਾ ਦੇ ਬਾਗ ਵਿੱਚ ਭਾਈ ਪਿਆਰਾ ਸਿੰਘ ਜੀ ਰੋਜ਼ ਸ਼ਾਮ ਵੇਲੇ ਕਥਾ ਕਰਦੇ ਸਨ। ਸੰਗਤ ਬਹੁਤ ਇਕੱਤਰ ਹੁੰਦੀ ਸੀ। ਉੱਥੇ ਵੀ ਸੰਤ ਜੀ ਮਹਾਰਾਜ ਨੇ ਦਰਸ਼ਨ ਦਿੱਤੇ। ਕਥਾ ਦੇ ਭੋਗ ਮਗਰੋਂ ਐਸੇ ਵੈਰਾਗ ਵਿੱਚ ਸ਼ਬਦ ਪੜ੍ਹੇ ਕਿ ਭਾਈ ਪਿਆਰਾ ਸਿੰਘ ਘਰ-ਬਾਰ ਛੱਡ ਕੇ ਇਹਨਾਂ ਦੇ ਨਾਲ ਤੁਰਨ ਨੂੰ ਤਿਆਰ ਹੋ ਗਿਆ, ਪਰ ਉਸਦੀ ਸੁਪਤਨੀ ਨੇ ਬੇਨਤੀ ਕਰਕੇ ਕਿ ਨਿੱਕਾ ਨਿੱਕਾ ਬਾਲ ਬੱਚਾ ਰੁੱਲ ਜਾਏਗਾ, ਉਸਨੂੰ ਘਰ ਹੀ ਰੱਖ ਲਿਆ। ਇਸ ਵਾਰ ਜਦ ਸੰਤ ਜੀ ਮਹਾਰਾਜ ਜਗ ਦੇ ਸਮੇਂ ਦੁੱਖ ਭੰਜਨੀ ਪਹੁੰਚੇ ਤਦ ਬੜਾ ਭਾਰੀ ਦੀਵਾਨ ਲੱਗਾ ਹੋਇਆ ਸੀ। ਇੱਕ ਮਰਾਸੀ ਜਿਸ ਦੀ ਆਵਾਜ਼ ਬੜੀ ਹੀ ਮਨਮੋਹਣੀ ਸੀ ਕੀਰਤਨ ਕਰ ਰਿਹਾ ਸੀ। ਕਈ ਪ੍ਰੇਮੀ ਇਸ ਨੂੰ ਕੀਰਤਨ ਵਿੱਚ ਮਾਇਆ ਅਰਦਾਸ ਕਰਾਉਣ ਲੱਗ ਪਏ। ਇਸ ਤਰ੍ਹਾਂ ਕੀਰਤਨ ਦਾ ਰਸ ਟੁੱਟਦਾ ਸੀ। ਇਹ ਦੇਖ ਕੇ ਸੰਤ ਜੀ ਮਹਾਰਾਜ ਨੇ ਆਖਿਆ, ਸਾਧ ਸੰਗਤ ਜੀ, ਇਸ ਪ੍ਰੇਮੀ ਨੂੰ ਜੋ ਕੁਝ ਵੀ ਦੇਣਾ ਹੈ ਇੱਕੋ ਵਾਰ ਦੇ ਦੇਵੋ ਤੇ ਇਸ ਨੂੰ ਰਜਾ ਦੇਵੋ। ਵਿਚਕਾਰ ਅਰਦਾਸਾ ਕਰਨਾ ਸ਼ਬਦ ਦੇ ਰਸ ਵਿੱਚ ਤੋਟ ਲਿਆਉਂਦਾ ਹੈ। ਰਾਗੀ ਸਿੰਘ ਨੂੰ ਚਾਹੀਦਾ ਹੈ ਕਿ ਪਿੱਛੋਂ ਇਕੱਠਾ ਅਰਦਾਸਾ ਕਰ ਦੇਵੇ ਕਿ ਸੱਚੇ ਪਾਤਸ਼ਾਹ ਜਿਸ ਨੇ ਮਾਇਆ ਅਰਦਾਸ ਕਰਾਈ ਹੈ ਉਸ ਦੀ ਮਾਇਆ ਆਪਣੇ ਲੇਖੇ ਲਾਈ ਅਤੇ ਉਸ ਨੂੰ ਨਾਮ ਦਾਨ ਬਖਸ਼ੀ। ਇਸ ਹੁਕਮ ਨੂੰ ਸਭ ਨੇ ਬੜੇ ਪ੍ਰੇਮ ਨਾਲ ਮੰਨ ਲਿਆ। ਕੀਰਤਨੀਏ ਨੂੰ ਮਾਇਆ ਦਾ ਗੱਫਾ ਅਰਦਾਸ ਹੋ ਗਿਆ ਅਤੇ ਉਸ ਨੇ ਪਿੱਛੋਂ 2 ਘੰਟੇ ਇੱਕ ਰਸ ਕੀਰਤਨ ਕੀਤਾ ਅਤੇ ਸੰਤ ਜੀ ਮਹਾਰਾਜ ਸਮਾਧੀ ਲਗਾਈ ਪੂਰਨ ਸਰੋਤੇ ਦੇ ਰੂਪ ਵਿੱਚ ਬੈਠ ਕੇ ਆਤਮ ਰਸ ਦਾ ਆਨੰਦ ਮਾਣਦੇ ਰਹੇ। ਦੁੱਖ ਭੰਜਨੀ ਦੇ ਇਸ ਜੋੜ ਮੇਲੇ ਤੇ ਸਾਰੇ ਇਲਾਕੇ ਦੀ ਸੰਗਤ ਇਕੱਠੀ ਹੋਈ ਸੀ। ਡੇਰਾ ਖਾਲਸਾ, ਕੱਲਰ, ਥੋਹਾ, ਕਹੂਟਾ, ਨਾਰਾ, ਚੋਹਾ, ਮਟੋਰ, ਥਮਾਲੀ ਅਤੇ ਪੋਠੋਹਾਰ ਦੇ ਹੋਰ ਨਗਰਾਂ ਦੀ ਸੰਗਤ ਆਈ ਹੋਈ ਸੀ। ਜਦ ਸੰਤ ਜੀ ਮਹਾਰਾਜ ਨੂੰ ਲਿਜਾਣ ਲਈ ਆਪਣੀ ਆਪਣੀ ਖਿੱਚ ਕਰ ਰਹੇ ਸਨ, ਭਾਈ ਕਸ਼ਮੀਰਾ ਸਿੰਘ ਜੀ ਅਤੇ ਭਾਈ ਸਾਧੂ ਸਿੰਘ ਜੀ ਕਹੂਟਾ ਨਿਵਾਸੀਆਂ ਨੇ ਅਰਜ਼ ਕੀਤੀ ਕਿ ਮਹਾਰਾਜ ਕਹੂਟੇ ਚੱਲੋ। ਸੰਤ ਜੀ ਨੇ ਖੁੱਲ੍ਹ ਕੇ ਕਿਸੇ ਨੂੰ ਉੱਤਰ ਨਹੀਂ ਦਿੱਤਾ। ਸਾਧ ਸੰਗਤ ਇਸ ਖਿਆਲ ਦੀ ਵੀ ਲਹਿਰ ਚੱਲੀ ਹੋਈ ਸੀ ਕਿ ਸੰਤ ਜੀ ਮਹਾਰਾਜ ਨੂੰ ਦੁੱਖ ਭੰਜਨੀ ਦਾ ਮਹੰਤ ਬਣਾਇਆ ਜਾਵੇ। ਜਿਸ ਵਕਤ 1 ਵਜੇ ਰਾਤ ਦਾ ਸਮਾਂ ਹੋਇਆ, ਸੰਤ ਜੀ ਨੇ ਭਾਈ ਕਸ਼ਮੀਰਾ ਜੀ ਨੂੰ ਬਾਹੋਂ ਫੜ ਕੇ ਉਠਾਇਆ ਅਤੇ ਚੁਪੀਤੇ ਹੀ ਸਿੱਧਾ ਕਹੂਟੇ ਵੱਲ ਤੁਰ ਪਏ। ਰਸਤੇ ਵਿੱਚ ਰਾਹ ਭੁੱਲ ਗਏ। ਮਹੀਨਾ ਜੇਠ ਦਾ ਸੀ। ਸੰਤ ਜੀ ਮਹਾਰਾਜ ਨੂੰ ਬੜੀ ਪਿਆਸ ਲੱਗੀ। ਕੁਦਰਤ ਦੀ ਨੇਤ ਕੁਦਰਤੀ ਇੱਕ ਬਾਉਲੀ ਸਾਹਮਣੇ ਆ ਗਈ। ਸੰਤ ਜੀ ਜਲ ਛਕਣ ਵਾਸਤੇ ਬਾਉਲੀ ਵਿੱਚ ਉਤਰਨ ਲੱਗੇ। ਭਾਈ ਕਸ਼ਮੀਰਾ ਸਿੰਘ ਨੇ ਜੀ ਨੇ ਬਹੁਤ ਬੇਨਤੀ ਕੀਤੀ, ਮਹਾਰਾਜ ਢੰਗ ਡਾਲ ਦਾ ਵੇਲਾ ਹੈ, ਬਾਉਲੀ ਵਿੱਚ ਨਾ ਵੜੋ। ਸੰਤ ਜੀ ਮਹਾਰਾਜ ਨੇ ਉੱਤਰ ਦਿੱਤਾ ਕਿ ਪ੍ਰੇਮੀਆਂ, ਸਰੀਰ ਦਾ ਖਹਿ ਕਰਨ ਵਾਲਾ ਕਾਲ ਹੈ। ਜਦ ਤੀਕਰ ਪੂਰਾ ਨਹੀਂ ਹੁੰਦਾ ਉਹ ਕਾਲ ਵੀ ਇਸ ਸਰੀਰ ਦੀ ਰਾਖੀ ਕਰਦਾ ਹੈ। ਸਾਨੂੰ ਕੋਈ ਡਰ ਨਹੀਂ। ਸੰਤ ਜੀ ਮਹਾਰਾਜ ਦੀ ਇਸ ਨਿਰਭੈਤਾ ਅਤੇ ਅਡੋਲਤਾ ਦੀਆਂ ਪੋਠੋਹਾਰ ਦੇ ਤਪ ਅਤੇ ਦੌਰੇ ਵਿੱਚ ਹੋਰ ਕਈ ਮਿਸਾਲਾਂ ਹਨ, ਜਿਨ੍ਹਾਂ ਵਿੱਚੋਂ ਮਲਕਪੁਰ ਦੇ ਰਸਤੇ ਦੇ ਕੱਸ ਵਿੱਚ ਸਰਪ ਮਿਲਣ ਦੀ ਸਾਖੀ ਅੱਗੇ ਆ ਚੁੱਕੀ ਹੈ। ਘਨੋਏ ਵੀ ਵੱਡੇ ਸੱਪ ਤੋਂ ਵੱਖਰਾ ਇੱਕ ਛੋਟਾ ਸੱਪ ਬਾਉਲੀ ਵਾਲੀ ਕੁਟੀਆ ਵਿੱਚ ਰਹਿੰਦਾ। ਇੱਕ ਵਾਰੀ ਸੰਤ ਜੀ ਮਹਾਰਾਜ ਦੇ ਕੋਲ ਆ ਜਾਂਦਾ ਅਤੇ ਸੰਤ ਜੀ ਮਹਾਰਾਜ ਇਹਨਾਂ ਨੂੰ ਅਡੋਲ ਹੀ ਚੁੱਕ ਕੁਟੀਆ ਦੇ ਆਲੇ ਵਿੱਚ ਬਿਠਾ ਦਿੰਦੇ। ਬਾਹਰੋਂ ਜੋ ਪ੍ਰੇਮੀ ਕੁਟੀਆ ਵੱਲ ਆਉਂਦਾ ਉਸ ਨੂੰ ਚੌਂਕੀਦਾਰ ਵਾਂਗੂ ਫੁਕਾਰੇ ਮਾਰ ਕੇ ਪੈਂਦਾ, ਪਰ ਸੰਤ ਜੀ ਮਹਾਰਾਜ ਦੇ ਮਨਾ ਕਰਨ ਪਰ ਚੁੱਪ ਕਰ ਜਾਂਦਾ। ਜਦ ਤੀਜੀ ਵਾਰੀ ਥੋਹਾ ਖਾਲਸਾ ਆਏ ਤਦ ਇੱਕ ਵਾਰੀ ਦੀਵਾਨ ਵਿੱਚ ਕਾਲੀ ਭੂਰੀ ਲੈ ਕੇ ਬੈਠੇ ਸਨ। ਇੱਕ ਬੜਾ ਭਾਰੀ ਅਠੂਹਾ ਆਪ ਤੇ ਚੜ੍ਹ ਗਿਆ। ਇੱਕ ਪ੍ਰੇਮੀ ਨੇ ਦੇਖ ਕੇ ਬੇਨਤੀ ਕੀਤੀ, ਮਹਾਰਾਜ ਬੜਾ ਜ਼ਹਿਰੀ ਅਠੂਹਾ ਆਪ ਤੇ ਚੜ੍ਹ ਰਿਹਾ ਹੈ। ਆਪ ਬਿਲਕੁਲ ਅਡੋਲ ਬੈਠੇ ਰਹੇ ਅਤੇ ਆਖਿਆ, ਜਰਾ ਭਰਮ ਨਾ ਕਰੋ, ਪ੍ਰੇਮੀ ਦਰਸ਼ਨ ਮੇਲੇ ਵਾਸਤੇ ਆਇਆ ਹੈ ਸੋ ਹੋ ਗਿਆ। ਜੇਕਰ ਇਸ ਨੇ ਆਪਣਾ ਕੰਮ ਕਰਨਾ ਹੈ ਤਾਂ ਕਰ ਜਾਵੇਗਾ, ਨਹੀਂ ਤਾਂ ਤੁਰ ਜਾਏਗਾ। ਥੋੜੇ ਚਿਰ ਮਗਰੋਂ ਅਠੂਹਾ ਆਪੇ ਹੀ ਸਰੀਰ ਤੋਂ ਲੈ ਗਿਆ। ਇਸ ਦੌਰੇ ਵਿੱਚ ਸੰਤ ਜੀ 15-16 ਦਿਨ ਥੋਹੇ ਰਹੇ ਤੇ ਬੜਾ ਪ੍ਰਚਾਰ ਹੋਇਆ।
ਧੰਨਵਾਦ। ਇਸ ਤੋਂ ਅੱਗੇ ਅਗਲੀ ਜੋ ਜੀਵਨੀ ਹੈ ਸੰਤ ਜੀ ਮਹਾਰਾਜ ਦੀ, ਉਹ ਅਗਲੇ ਭਾਗ ਦੇ ਵਿੱਚ ਪੜ੍ਹਾਂਗੇ ਕਿ ਸੰਤ ਜੀ ਮਹਾਰਾਜ ਪੋਠੋਹਾਰ ਤੋਂ ਕਹੂਟੇ ਤੇ ਉਸ ਤੋਂ ਅੱਗੇ ਕਿੱਥੇ ਗਏ। ਧੰਨਵਾਦ। ਭੁੱਲ ਚੁੱਕ ਲਈ ਖਿਮਾ ਬਖਸ਼ਣੀ ਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ।